जी, अस्सलाम वालेकुम। पंजाबी के हमने स्टार्ट किए हुए हैं लेक्चर सीएसएस के लिए, ठीक है? कल हमने इसका सिलेबस डिस्कस कर लिया था कि उसमें आपने किन-किन चीज़ों के ऊपर ज़्यादा फ़ोकस करना है, ठीक है? और आज जो है हम क्लासिकी जो शायरी है, इसका जो पहला पोएट है बाबा फ़रीद गंज शकर, इसको डिस्कस करेंगे। अ, ठीक है? ਜਿਹੜਾ ਬਾਬਾ ਫਰੀਦ ਗੰਜ ਸ਼ਕਰ ਨੇ ਤੁਹਾਡੇ ਸਿਲੇਬਸ ਦੇ ਵਿੱਚ ਉਹਨਾਂ ਨੇ ਲਿਖੀਆਂ ਨੇ ਸ਼ਲੋਕਾਂ, ਠੀਕ ਹੈ? ਜਦੋਂ ਅਸੀਂ ਸ਼ਲੋਕ ਦੇ ਬਾਰੇ ਗੱਲ ਕਰਨੀ ਤੇ ਸਭ ਤੋਂ ਪਹਿਲੇ ਸਾਨੂੰ ਪਤਾ ਹੋਣਾ ਚਾਹੀਦਾ ਹੈ ਕਿ ਸ਼ਲੋਕ ਕਿਹੜੀ ਚੀਜ਼ ਹੈ, ਠੀਕ ਹੈ? ਤੁਸੀਂ ਸ਼ਲੋਕ ਦੇ ਬਾਰੇ 'ਚ ਪੇਪਰ 'ਚ ਉਦੋਂ ਲਿਖ ਕੇ ਆਉਣਾ ਜਦੋਂ ਉਹਨਾਂ ਨੇ ਤੁਹਾਡੇ ਕੋਲੋਂ ਪੁੱਛਣਾ ਹੈ, ਅਗਰ ਉਹਨੇ ਨਹੀਂ ਪੁੱਛਿਆ ਤੁਸੀਂ ਨਹੀਂ ਲਿਖਣਾ, ਠੀਕ ਹੈ? ਲੇਕਿਨ ਅਸੀਂ ਇੱਥੇ ਸ਼ਲੋਕ ਦੇ ਬਾਰੇ ਗੱਲ ਕਰਨੀ ਹੈ ਕਿਉਂਕਿ ਪੇਪਰ ਤੁਹਾਡੇ ਕੋਲੋਂ ਪੁੱਛ ਸਕਦਾ ਹੈ, ਤੁਹਾਨੂੰ ਇਸ ਗੱਲ ਦਾ ਪਤਾ ਹੋਣਾ ਚਾਹੀਦਾ ਹੈ। ਅੱਛਾ, ਸ਼ਲੋਕ ਕੀ ਹੁੰਦਾ ਹੈ? ਸਭ ਤੋਂ ਪਹਿਲੇ ਤੁਸੀਂ ਇਹਦਾ ਤਾਰੁਫ਼ ਦੇਣਾ ਹੈ ਕਿ ਸ਼ਲੋਕ ਹੁੰਦਾ ਕੀ ਹੈ? ਸ਼ਲੋਕ 2 ਲਫ਼ਜ਼ਾਂ ਸ਼ਾਹ ਤੇ ਲੋਕ ਨਾਲ ਰਲ ਕੇ ਬਣੇ ਹੈ, ਠੀਕ ਹੈ? ਸ਼ਲੋਕ 2 ਲਫ਼ਜ਼ਾਂ ਸ਼ਾਹ ਤੇ ਲੋਕ ਨਾਲ ਰਲ ਕੇ ਬਣੇ, ਇਹਦਾ ਮਤਲਬ ਹੈ ਬਾਦਸ਼ਾਹ ਦੀ ਜ਼ੁਬਾਨ। ਪੰਜਾਬੀ ਅਦਬ ਵਿੱਚ ਇਸ ਤੋਂ ਮੁਰਾਦ ਉਹ ਸ਼ੇਰ ਹੈ ਜਿਹੜਾ ਕਿਸੇ ਵਲੀ, ਪੀਰ, ਫ਼ਕੀਰ ਦੇ ਮੂੰਹ ਵਿੱਚੋਂ ਨਿਕਲਿਆ ਹੋਵੇ ਤੇ ਉਹਦੇ ਵਿੱਚ ਇਖਲਾਕੀ ਵਿਚਾਰ ਬਿਆਨ ਕੀਤੇ ਜਾਣ, ਠੀਕ ਹੈ? ਇੱਥੇ ਹੁਣ ਤੁਸੀਂ ਅਗਰ ਰੈਫਰੈਂਸ ਵੀ ਦੇ ਸਕਦੇ ਹੋ ਕਿ ਬਕੌਲੇ ਨਜਮ ਹੁਸੈਨ ਸੱਯਦ, ਰੈਫਰੈਂਸ ਤੁਸੀਂ ਦੇਣੀ ਹੈ ਨਜਮ ਹੁਸੈਨ ਸੱਯਦ, ਠੀਕ ਹੈ? ਨਜਮ ਹੁਸੈਨ ਸੱਯਦ ਕਹਿੰਦੇ ਨੇ ਕਿ ਇਹ 2 ਸਤਰੀ ਨਜ਼ਮ ਆਉਂਦੀ ਹੈ ਤੇ ਇਹਦੇ ਦੋਵੇਂ ਮਿਸਰੇ ਹਮ ਕਾਫੀਆਂ ਆਉਂਦੇ ਨੇ, ਠੀਕ ਹੈ? ਸ਼ਲੂਕ ਦੇ ਵਿੱਚ ਤੁਸੀਂ ਰੈਫਰੈਂਸ ਪਾ ਸਕਦੇ ਹੋ ਨਜਮ ਹੁਸੈਨ ਸੱਯਦ ਦੀ, ਉਹ ਕਹਿੰਦੇ ਨੇ ਕਿ ਇਹ 2 ਸਤਰੀ ਨਜ਼ਮ ਆਉਂਦੀ ਹੈ ਤੇ ਇਹਦੇ ਦੋਵੇਂ ਮਿਸਰੇ ਜਿਹੜੇ ਹਮ ਕਾਫੀਆਂ ਆਉਂਦੇ ਨੇ, ਠੀਕ ਹੈ? ਉਸ ਤੋਂ ਬਾਅਦ ਤੁਸੀਂ ਮੁੱਢਲੀ ਗੱਲਬਾਤ ਪਹਿਲੇ ਜਿਹੜੀ ਬਣਾਉਣੀ ਹੈ, ਠੀਕ ਹੈ? ਮੁੱਢਲੀ ਗੱਲਬਾਤ, ਤਾਰੁਫ਼ ਨਹੀਂ ਲਿਖਣਾ, ਪੰਜਾਬੀ ਵਿੱਚ ਕਰ ਰਹੇ ਹੋ ਤੇ ਮੁੱਢਲੀ ਗੱਲਬਾਤ ਲਿਖਣਾ ਹੈ, ਠੀਕ ਹੈ? ਇਹਦੇ ਤੁਸੀਂ ਸਭ ਤੋਂ ਪਹਿਲਾਂ ਲਿਖੋਗੇ ਕਿ ਬਾਬਾ ਫਰੀਦ ਪੰਜਾਬੀ ਜ਼ਬਾਨੋ ਅਦਬ ਦੇ ਮੁੱਢਲੇ ਸ਼ਾਇਰ ਨੇ। ਮੁੱਢਲੇ ਸ਼ਾਇਰ ਮਤਲਬ ਅਗਰ ਤੁਹਾਡੇ ਕੋਲੋਂ ਐਮਸੀਕਿਊਜ਼ ਵਿੱਚ ਪੁੱਛ ਲਏ ਕਿ ਪੰਜਾਬੀ ਜ਼ਬਾਨ ਦੇ ਪਹਿਲੇ ਸ਼ਾਇਰ ਕਿਹੜੇ ਨੇ ਤੇ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਬਾਬਾ ਫਰੀਦ ਨੇ, ਠੀਕ ਹੈ? ਇਹਨਾਂ ਨੇ ਪੰਜਾਬ ਦੀ ਧਰਤੀ ਤੇ ਇੱਕ ਅੱਲਾ ਦਾ ਪੈਗਾਮ ਫੈਲਾਇਆ। ਤੁਸਾਂ ਦਾ ਅਸਲ ਨਾਮ ਮਸੂਦ ਤੇ ਲਕਬ ਫਰੀਦੁੱਦੀਨ ਸੀ, ਠੀਕ ਹੈ? ਤੁਸਾਂ ਦਾ ਅਸਲ ਨਾਮ ਮਸੂਦ, ਲਕਬ ਫਰੀਦੁੱਦੀਨ ਸੀ। 1188 ਨੂੰ ਤੁਸੀਂ ਮੁਲਤਾਨ ਦੇ ਇੱਕ ਪਿੰਡ ਕੋਠੀਵਾਲ ਵਿੱਚ ਪੈਦਾ ਹੋਏ, ਠੀਕ ਹੈ? ਤੇ 1280 ਦੇ ਵਿੱਚ ਤੁਸੀਂ ਵਫਾਤ ਪਾਈ। ਇਸ ਤੋਂ ਥੱਲੇ ਤੁਸੀਂ ਲਿਖਣਾ ਹੈ ਕਿ ਜਦੋਂ ਇਖਲਾਕੀ ਕਦਰਾਂ ਨੂੰ ਜ਼ਵਾਲ ਆਉਂਦਾ ਹੈ, ਤੁਹਾਨੂੰ ਮੈਂ ਦੱਸਿਆ ਸੀ ਜਦੋਂ ਅਸੀਂ ਪਿਛਲਾ ਪੜ੍ਹਿਆ ਸੀ ਕਿ ਜਿਹੜੇ ਕਲਾਸਿਕੀ ਪੋਇਟ ਨੇ ਨਾ ਸਾਰਿਆਂ ਦਾ ਮਕਸਦ ਇਹ ਹੈ ਕਿ ਉਹਨਾਂ ਨੇ ਲੋਕਾਂ ਨੂੰ ਅੱਲਾ ਦੀ ਰਾਹ ਤੇ ਲੈ ਕੇ ਆਉਣਾ ਹੈ, ਠੀਕ ਹੈ? ਜਦੋਂ ਉਹਨਾਂ ਨੂੰ ਲੱਗਦਾ ਸੀ ਕਿ ਸਾਡੇ ਇਖਲਾਕ ਜਿਹੜੇ ਨੇ ਨਾ ਉਹਨਾਂ ਨੂੰ ਜ਼ਵਾਲ ਆ ਰਹੀ ਹੈ ਤੇ ਉਹਨਾਂ ਨੇ ਫਿਰ ਕੀ ਕਰਨਾ ਸੀ ਕਿ ਲੋਕਾਂ ਨੂੰ ਉਸ ਤੋਂ ਉਜਾਗਰ ਕਰਨਾ ਸੀ, ਉਹਨਾਂ ਨੂੰ ਦੱਸਣਾ ਸੀ ਕਿ ਤੁਸੀਂ ਆਪਣੇ ਇਖਲਾਕ ਨੂੰ ਕਿਸ ਤਰ੍ਹਾਂ ਸੇ ਸਵਾਰ ਸਕਦੇ ਹੋ, ਠੀਕ ਹੈ? ਹੁਣ ਇੱਥੇ ਜਿਹੜੇ ਬਾਬਾ ਫਰੀਦ ਨੇ ਉਹਨਾਂ ਨੇ ਵੀ ਇੰਝ ਹੀ ਕੀਤਾ। ਤੁਸੀਂ ਇੱਥੇ ਪਹਿਲਾਂ ਲਿਖੋਗੇ ਕਿ ਜਦੋਂ ਇਖਲਾਕੀ ਕਦਰਾਂ ਨੂੰ ਜ਼ਵਾਲ ਆਉਂਦਾ ਏ ਤੇ ਬਜ਼ੁਰਗ ਦੀਨ ਨੂੰ ਕਾਇਮ ਕਰਨ ਵੱਲ ਲੱਗ ਜਾਂਦੇ ਨੇ, ਠੀਕ ਹੈ? ਜਦੋਂ ਇਖਲਾਕੀ ਕਦਰਾਂ ਨੂੰ ਜ਼ਵਾਲ ਆਉਂਦਾ ਏ ਤੇ ਬਜ਼ੁਰਗ ਦੀਨ ਨੂੰ ਕਾਇਮ ਕਰਨ ਵੱਲ ਲੱਗ ਜਾਂਦੇ ਨੇ। ਬਾਬਾ ਫਰੀਦ ਦੀ ਯਾਦ ਵਿੱਚ ਵੀ ਜਾਂ ਬਾਬਾ ਫਰੀਦ ਨੇ ਜਿਹੜਾ ਸਾਨੂੰ ਦਰਸ ਦਿੱਤਾ ਹੈ ਉਹਦੇ ਅੰਦਰ ਨਮਾਜ਼ ਦੀ ਯਾਦ, ਨਮਾਜ਼ ਵੱਲ ਧਿਆਨ ਸੋਰੀ, ਰੱਬ ਦੀ ਯਾਦ, ਇਸਲਾਮ ਦੀ ਤਲਕੀਨ, ਬਲਕਿ ਕਿ ਹਰ ਗੱਲ ਨੂੰ ਖੁੱਲ ਕੇ ਬਿਆਨ ਕੀਤਾ, ਠੀਕ ਹੈ? ਉਹਨਾਂ ਨੇ ਗਰੂਰ ਤੇ ਤਕੱਬੁਰ ਤੇ ਗੱਲ ਕੀਤੀ ਹੈ, ਇਸਲਾਮ ਦੇ ਉੱਤੇ ਜਿਹੜਾ ਜਿਹੜਾ ਪਹਿਲੂ ਆਉਂਦਾ ਨਾ ਕਿ ਨਮਾਜ਼ ਤੇ ਗੱਲ ਕੀਤੀ, ਸਬਰ ਤੇ ਗੱਲ ਕੀਤੀ, ਰੱਬ ਬਾਰੇ ਗੱਲ ਕੀਤੀ, ਉਹਨਾਂ ਨੇ ਹਰ ਗੱਲ ਸਮਝਾਈ। ਕਦੋਂ ਸਮਝਾਈ? ਜਦੋਂ ਉਹਨਾਂ ਨੇ ਵੇਖਿਆ ਕਿ ਸਾਡੀ ਇਖਲਾਕ ਜਿਹੜੇ ਨੇ ਉਹਨਾਂ ਨੂੰ ਜ਼ਵਾਲ ਆ ਰਹੇ, ਸਾਡੀ ਇਖਲਾਕੀ ਕਦਰਾਂ ਜ਼ਵਾਲ ਪਜ਼ੀਰ ਹੋ ਰਹੀਆਂ ਨੇ ਤੇ ਉਹਨਾਂ ਨੇ ਕੀ ਕੀਤਾ? ਮੁਸਲਮਾਨਾਂ ਨੂੰ ਜਗਾਉਣ ਦੀ ਕੋਸ਼ਿਸ਼ ਕੀਤੀ। ਉਹ ਇੱਕ ਸ਼ਾਇਰ ਸੀ ਤੇ ਉਹਨਾਂ ਨੇ ਇਹ ਕੰਮ ਕਿਹਦੇ ਥਰੂ ਕੀਤਾ? ਸ਼ਾਇਰੀ ਦੇ ਥਰੂ ਕੀਤਾ, ਠੀਕ ਹੈ? ਮਤਲਬ ਕਿ ਇਹਦੇ ਤੁਸੀਂ ਸਿੰਪਲ ਥੱਲੇ ਲਿਖੋਗੇ ਕਿ ਬਾਬਾ ਫਰੀਦ ਦੀ ਸ਼ਾਇਰੀ ਉੱਤੇ ਅਮਲ ਕਰਕੇ ਅਸੀਂ ਆਪਣੇ ਇਖਲਾਕ ਨੂੰ ਸਵਾਰ ਸਕਦੇ ਹਾਂ ਤੇ ਰੱਬ ਦੀ ਮਾਰਫਤ ਜਿਹੜੀ ਹਾਸਿਲ ਕਰ ਸਕਦੇ ਹਾਂ, ਠੀਕ ਹੈ? ਇਹ ਤੁਹਾਡਾ ਇੰਟਰੋਡਕਸ਼ਨ ਹੋਏਗਾ। ਇੰਟਰੋਡਕਸ਼ਨ ਤੁਸੀਂ ਤਕਰੀਬਨ ਇਹੀ ਯਾਦ ਕਰਨੇ, ਲੇਕਿਨ ਤੁਸੀਂ ਉਸ ਟਾਈਮ ਕੁਐਸਚਨ ਵੇਖਣਾ ਹੈ ਕਿ ਕੁਐਸਚਨ ਅਸੀਂ ਤਾਂ ਇੱਕ ਨੋਟਸ ਦੇ ਸੀਰੀਜ਼ ਨਾਲ ਚੱਲਾਂਗੇ ਤਾਂ ਕਿ ਤੁਹਾਡੇ ਨਾਲ ਨਾਲ ਨੋਟਸ ਕੰਪਲੀਟ ਹੋ ਜਾਣ, ਠੀਕ ਹੈ? ਲਾਸਟ ਵਾਲੇ ਕੁਝ ਲੈਕਚਰ ਵਿੱਚ ਅਸੀਂ ਪਾਸ ਪੇਪਰ ਦੇ ਕੁਐਸਚਨ ਵੀ ਡਿਸਕਸ ਕਰ ਲਾਂਗੇ। ਮੀਨ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਅਗਰ ਕੁਐਸਚਨ ਆਏ ਤੇ ਤੁਸੀਂ ਆਪਣੇ ਤੁਹਾਡੇ ਕੋਲ ਜਿਹੜੇ ਨੋਟਸ ਆਲਰੇਡੀ ਮੌਜੂਦ ਨੇ ਤੁਸੀਂ ਉਹਨੂੰ ਕਿਵੇਂ ਕੁਐਸਚਨ ਦੇ ਨਾਲ ਰਿਲੇਟ ਕਰਨਾ, ਠੀਕ ਹੈ? ਉਹ ਚੀਜ਼ਾਂ ਅਸੀਂ ਇਨਸ਼ਾਅੱਲਾ ਲਾਸਟ ਜਦੋਂ ਅਸੀਂ ਕੁਐਸਚਨ ਸੋਲਵ ਕਰਾਂਗੇ ਤੁਹਾਨੂੰ ਸਮਝ ਆ ਜਾਏਗੀ, ਠੀਕ ਹੈ? ਉਸ ਤੋਂ ਬਾਅਦ ਤੁਸੀਂ ਕੀ ਕਰਨਾ ਹੈ? ਸਭ ਤੋਂ ਪਹਿਲਾਂ ਇੰਟਰੋਡਕਸ਼ਨ ਲਿਖ ਲੈਣਾ ਹੈ, ਠੀਕ ਹੈ? ਮੁੱਢਲੀ ਗੱਲਬਾਤ ਲਿਖ ਲੈਣੀ। ਮੁੱਢਲੀ ਗੱਲਬਾਤ ਤੋਂ ਬਾਅਦ ਤੁਸੀਂ ਮੇਨ ਜਿਹੜੀ ਫਰੇਜ਼ ਬਣਾਣੀ, ਠੀਕ ਹੈ? ਫਰੇਜ਼ ਦੀ ਫਾਰਮ ਵਿੱਚ ਤੁਸੀਂ ਲਿਖਣਾ ਹੈ ਕਿ ਬਾਬਾ ਫਰੀਦ ਦੀਆਂ ਸ਼ਲੂਕਾਂ ਦਾ ਫਿਕਰੀ ਵੇਰਵਾ, ਠੀਕ ਹੈ? ਕੁਐਸਚਨ ਦੇ ਵਿੱਚ ਫॉर ਐਗਜ਼ਾਮਪਲ ਅਸੀਂ ਕੁਐਸਚਨ ਪੜ੍ਹ ਰਹੇ ਹਾਂ ਕਿ ਕੁਐਸਚਨ ਦੇ ਵਿੱਚ ਉਹਨੇ ਲਿਖਿਆ ਹੈ ਕਿ ਬਾਬਾ ਫਰੀਦ ਦੀਆਂ ਸ਼ਲੂਕਾਂ ਦਾ ਜਾਇਜ਼ਾ ਲਵੋ, ਠੀਕ ਹੈ? ਸਾਡਾ ਹੁਣ ਕੁਐਸਚਨ ਹੀ ਇਸ ਟਾਈਪ ਦਾ ਹੈ। ਅਸੀਂ ਜਿਹੜੀ ਹੁਣ ਇੱਥੇ ਫਰੇਜ਼ ਬਣਾਵਾਂਗੇ ਨਾ, ਤੁਸੀਂ ਫਰੇਜ਼ ਬਣਾਣੀ ਮੀਨ ਕਿ ਕੰਪਲੀਟ ਸੈਂਸ ਵੀ ਉਹ ਨਾ ਦੇ ਰਹੀ ਹੋਵੇ ਲੇਕਿਨ ਉਹਦੇ 'ਚ ਕੁਝ ਨਾ ਕੁਝ ਗੱਲ ਵੀ ਕੀਤੀ ਜਾਵੇ, ਠੀਕ ਹੈ? ਤੁਸੀਂ ਲਿਖਣਾ ਹੈ ਕਿ ਬਾਬਾ ਫਰੀਦ ਦੀਆਂ ਸ਼ਲੂਕਾਂ ਦਾ ਫਿਕਰੀ ਜਾਇਜ਼ਾ।
ਅਗਰ ਤੁਹਾਡੇ ਕੋਲ ਸਵਾਲ ਨੇ ਪੁੱਛ ਲਿਆ ਕਿ ਬਾਬਾ ਫਰੀਦ ਦੀਆਂ ਸ਼ਲੂਕਾਂ ਵਿੱਚ ਇਖਲਾਕੀਆਤ ਦਾ ਦਰਸ ਦਿੱਤਾ ਗਿਆ ਹੈ, ਖੁੱਲ ਕੇ ਚਾਨਣ ਪਾਓ, ਤੁਸੀਂ ਉੱਤੇ ਫਿਕਰੀ ਵੇਰਵੇ ਵਿੱਚ ਲਿਖੋਗੇ ਬਾਬਾ ਫਰੀਦ ਦੀ ਸ਼ਾਇਰੀ ਵਿੱਚ ਇਖਲਾਕੀਆਤ ਦੇ ਦਰਸ ਦਾ ਫਿਕਰੀ ਵੇਰਵਾ। ਠੀਕ ਹੈ, ਉਹਨੂੰ ਤੁਸੀਂ ਮਤਲਬ ਫਿਕਰ ਦਾ ਮਤਲਬ ਇਹ ਹੈ ਕਿ ਤੁਸੀਂ ਉਹਦੀ ਫਿਕਰ ਬਾਰੇ ਗੱਲ ਕਰਨੀ ਹੈ, ਉਹਦੀ ਸੋਚ ਬਾਰੇ ਗੱਲ ਕਰਨੀ ਹੈ ਕਿ ਜਿਹੜਾ ਬਾਬਾ ਸੀ ਉਹਦੀ ਸੋਚ ਕੀ ਸੀ, ਉਹ ਲੋਕਾਂ ਨੂੰ ਕਿਹੜਾ ਦਰਸ ਦੇਣਾ ਚਾਹੁੰਦਾ ਸੀ, ਲੋਕਾਂ ਦੇ ਅੰਦਰ ਕੀ ਜਗਾਉਣਾ ਚਾਹੁੰਦਾ ਸੀ, ਉਹਦਾ ਕੀ ਮਕਸਦ ਸੀ, ਲੋਕਾਂ ਨੂੰ ਕੀ ਕਹਿਣਾ ਚਾਹੁੰਦਾ ਸੀ। ਠੀਕ ਹੈ, ਫਿਕਰ ਆਉਂਦੀ ਹੈ ਸੋਚ। ਠੀਕ ਹੈ, ਕਿ ਬਾਬੇ ਜੀ ਦੀ ਸੋਚ ਕਿਹੜੀ ਸੀ। ਹੁਣ ਇਹਦੇ ਚ ਨੰਬਰ 1 ਹੈਡਿੰਗ ਬਣਾਓ ਕਿ ਬਾਬੇ ਜੀ ਦੀ ਸੋਚ ਇਹ ਸੀ ਕਿ ਉਹਨੇ ਲੋਕਾਂ ਨੂੰ ਕਿਹਾ ਕਿ ਸੱਚ ਬੋਲਣਾ ਹੈ, ਝੂਠ ਨਹੀਂ ਬੋਲਣਾ। ਠੀਕ ਹੈ, ਸੱਚਾਈ ਦਾ ਦਰਸ ਦਿੱਤਾ। ਇਸ ਤਰ੍ਹਾਂ ਤੁਸੀਂ ਸ਼ੇਰ ਲਿਖ ਸਕਦੇ ਹੋ, ਹੱਕ ਦੀ ਬੋਲੀ ਬੋਲ ਫਰੀਦਾ, ਸੱਚ ਦੀ ਬੋਲੀ ਬੋਲ ਫਰੀਦਾ। ਅਗਰ ਇਸ ਤੋਂ ਇਲਾਵਾ ਤੁਹਾਨੂੰ ਕੋਈ ਹੋਰ ਸ਼ੇਰ ਆਂਦਾ ਤੁਸੀਂ ਉਹ ਲਿਖੋ। ਤੁਸੀਂ ਕਰਨਾ ਹੈ ਕਿ ਜਿਹੜਾ ਤੁਹਾਨੂੰ ਸ਼ੇਰ ਆਂਦਾ ਹੋਏਗਾ ਨਾ, ਉਸ ਸ਼ੇਰ ਦੇ ਵਿੱਚੋਂ ਤੁਸੀਂ ਹੈਡਿੰਗ ਕ੍ਰੀਏਟ ਕਰਕੇ ਉਸ ਨੂੰ ਉੱਤੇ ਮੇਨ ਹੈਡਿੰਗ ਬਣਾ ਦੇਣੀ। ਠੀਕ ਹੈ, ਇਹ ਤੁਹਾਡੀ ਹੈਡਿੰਗ ਹੈ ਸੱਚਾਈ ਦਾ ਦਰਸ। ਤੁਸੀਂ ਇਹਦੇ ਜਾਤੇ ਹੱਕ ਦਾ ਦਰਸ ਵੀ ਕਰ ਸਕਦੇ ਹੋ। ਠੀਕ ਹੈ, ਹੱਕ ਦੀ ਬੋਲੀ ਵੀ ਕਰ ਸਕਦੇ ਹੋ। ਤੁਹਾਨੂੰ ਸ਼ੇਰ ਦੇ ਵਿੱਚ ਜਿਹੜੀ ਮੇਨ ਚੀਜ਼ ਲੱਗ ਰਹੀ ਨਾ ਕਿ ਇਸ ਦੇ ਉੱਤੇ ਮੇਨ ਗੱਲ ਕੀਤੀ ਗਈ ਹੈ, ਉਸ ਲਫ਼ਜ਼ ਨੂੰ ਵਿੱਚੋਂ ਕੱਢਣਾ ਹੈ, ਕੱਢ ਕੇ ਤੇ ਉਹਨੂੰ ਆਪਣੀ ਹੈਡਿੰਗ ਬਣਾ ਲੈਣਾ। ਸ਼ੇਰ ਲਿਖਣ ਤੋਂ ਬਾਅਦ ਥੱਲੇ ਤੁਸੀਂ 4 ਤੋਂ 5 ਲਾਈਨਾਂ ਦੇ ਅੰਦਰ ਇਸ ਸ਼ੇਰ ਦੀ ਨਸਰ ਕਰ ਛੋੜਨੀ। ਨਸਰ ਮੀਨ ਕੇ ਤਸ਼ਰੀਹ ਕਰ ਦੇਣੀ। ਠੀਕ ਹੈ, ਹੁਣ ਇਹਦੀ ਤਸ਼ਰੀਹ ਕੋਈ ਮੁਸ਼ਕਿਲ ਨਹੀਂ ਹੈ, ਤੁਸੀਂ ਸਿੰਪਲ ਲਿਖੋ ਕਿ ਬਾਬਾ ਫਰੀਦ ਜਿਹੜੇ ਨੇ ਉਹਨਾਂ ਨੇ ਆਪਣੀਆਂ ਸ਼ਲੂਕਾਂ ਦੇ ਵਿੱਚ ਸੱਚਾਈ ਦਾ ਦਰਸ ਦਿੱਤਾ ਹੈ। ਉਹਨਾਂ ਨੇ ਕਿਹਾ ਹੈ ਕਿ ਜਿਹੜਾ ਝੂਠ ਹੈ ਉਹ ਸਾਨੂੰ ਗੁਨਾਹਾਂ ਦੇ ਨੇੜੇ, ਤੇ ਸੱਚ ਜਿਹੜਾ ਹੈ ਉਹ ਸਾਨੂੰ ਅੱਲਾਹ ਤਾਲਾ ਦੇ ਨੇੜੇ ਲਿਆ ਜਾਂਦਾ ਹੈ, ਤੇ ਸੱਚ ਬੋਲ ਕੇ ਅਸੀਂ ਰੱਬ ਦੀ ਮਾਰਫਤ ਜਿਹੜੀ ਉਹ ਹਾਸਿਲ ਕਰ ਸਕਦੇ ਹਾਂ। ਠੀਕ ਹੈ, ਇਸ ਕਿਸਮ ਦੀ ਤੁਸੀਂ ਇਹਦੀ ਨਸਰ ਬਣਾ ਲੈਣੀ। ਦੂਜਾ ਸ਼ੇਰ ਵੇਖੋ, ਦੂਜੇ ਸ਼ੇਰ ਲਿਖਿਆ ਕਿ ਜ਼ਾਤ ਸਿਰਫ ਖੁਦਾ ਦੀ ਉੱਚੀ, ਬਾਕੀ ਸਭ ਕੁਝ ਮਿੱਟੀ ਮਿੱਟੀ। ਠੀਕ ਹੈ, ਮੀਨ ਕੇ ਇਹਦੇ ਵਿੱਚ ਕੀ ਕੀਤਾ ਗਿਆ, ਗਰੂਰ ਤੇ ਗੱਲ ਕੀਤੀ ਗਈ ਹੈ ਕਿ ਜ਼ਾਤ ਜਿਹੜੀ ਹੈ ਉਹ ਸਿਰਫ ਅੱਲਾਹ ਪਾਕ ਦੀ ਉੱਚੀ ਹੈ, ਬਾਕੀ ਜਿਹੜਾ ਕੁਝ ਵੀ ਅਸੀਂ ਮਿੱਟੀ, ਅਸੀਂ ਮਿੱਟੀ ਹਾਂ। ਠੀਕ ਹੈ, ਅਸਾਂ ਮਿੱਟੀ ਨਾਲ ਬਣੇ, ਅਸੀਂ ਮਿੱਟੀ 'ਚ ਮਿਲ ਜਾਣਾ, ਸਾਡੀ ਕੋਈ ਜ਼ਾਤ ਨਹੀਂ। ਅਗਰ ਗਰੂਰ ਤਕੱਬੁਰ ਕਰਨ ਦਾ ਕੋਈ ਫਾਇਦਾ ਨਹੀਂ ਹੈ। ਠੀਕ ਹੈ, ਇਸ ਵਜ੍ਹਾ ਤੋਂ ਇਸ ਦੀ ਹੈਡਿੰਗ ਕਿਹੜੀ ਕ੍ਰੀਏਟ ਕੀਤੀ ਹੈ, ਗਰੂਰ ਤੇ ਤਕੱਬੁਰ ਦੀ ਨਿੰਦਿਆ। ਬਸ ਸਿੰਪਲ ਤੁਸੀਂ 8-10 ਸ਼ੇਅਰ ਲੈਣੇ ਨੇ ਹਨ, ਜਿਹਦੀ ਹੈਡਿੰਗ ਕ੍ਰੀਏਟ ਕਰਨੀ ਹੈ। ਹੈਡਿੰਗ ਕ੍ਰੀਏਟ ਕਰਨ ਤੋਂ ਬਾਅਦ ਤੁਸੀਂ ਉਹਦੀ ਥੱਲੇ 4 ਤੋਂ 5 ਲਾਈਨਾਂ ਚ ਉਹਦੀ ਨਸਰ ਬਣਾ ਦੇਣੀ। ਬਸ ਇਸ ਤੋਂ ਇਲਾਵਾ ਕੋਈ ਕੰਮ ਵੀ ਤੁਸੀਂ ਪੰਜਾਬੀ ਵਿੱਚ ਨਹੀਂ ਕਰਨਾ, ਨਾ ਕੋਈ ਕ੍ਰੈਮਿੰਗ ਵਾਲਾ ਕੰਮ ਹੈ। ਠੀਕ ਹੈ, ਨਾ ਕੋਈ ਤੁਹਾਨੂੰ 10-12 ਬੁੱਕਸ ਪੜ੍ਹਨ ਦੀ ਜ਼ਰੂਰਤ ਹੈ। ਤੁਸੀਂ ਸਿੰਪਲ ਸਿਰਫ 8-8 10-10 ਸ਼ੇਅਰ ਯਾਦ ਕਰੋ, ਉਹਨਾਂ ਦੇ ਵਿੱਚੋਂ ਹੈਡਿੰਗ ਕ੍ਰੀਏਟ ਕਰੋ, ਤੇ ਉਸ ਤੋਂ ਬਾਅਦ ਸ਼ਰਤ ਇਹ ਹੈ ਕਿ ਤੁਹਾਨੂੰ ਪਤਾ ਹੋਣਾ ਚਾਹੀਦਾ ਕਿ ਜਿਹੜੇ ਤੁਸੀਂ 8 ਸ਼ੇਅਰ ਯਾਦ ਕੀਤੇ ਨੇ ਉਹਨੂੰ ਤੁਸੀਂ ਕਿਵੇਂ ਘੁਮਾ ਕੇ ਆਪਣੇ ਕੁਐਸਚਨ ਦੇ ਨਾਲ ਰਿਲੇਟ ਕਰ ਸਕਦੇ ਹੋ। ਠੀਕ ਹੈ, ਉਸ ਤੋਂ ਬਾਅਦ ਨੰਬਰ 3 ਵੇਖੋ। ਨੰਬਰ 3 ਦੇ ਵਿੱਚ ਲਿਖਿਆ ਹੈ ਕਿ ਰੁੱਖੀ ਸੁੱਖੀ ਖਾ ਕੇ ਠੰਡਾ ਪਾਣੀ ਪੀ, ਵੇਖ ਪਰਾਈ ਚੋਪੜੀ ਨਾ ਤਰਸਾਵੀਂ ਜੀ। ਹੁਣ ਵੇਖੋ ਇੱਥੇ ਅਨਪੜ੍ਹ ਬੰਦੇ ਨੂੰ ਵੀ ਸਮਝ ਆ ਰਹੀ ਕਿ ਕਿੱਥੇ ਕਿਹਦੀ ਗੱਲ ਕੀਤੀ ਜਾ ਰਹੀ ਹੈ, ਸਬਰ ਦੀ ਗੱਲ ਕੀਤੀ ਜਾ ਰਹੀ ਹੈ। ਠੀਕ ਹੈ, ਕਿ ਬਾਬਾ ਜੀ ਕਹਿ ਰਹੇ ਨੇ ਕਿ ਰੁੱਖੀ ਸੁੱਖੀ ਖਾਓ ਤੇ ਠੰਡਾ ਪਾਣੀ ਪੀਓ। ਠੀਕ ਹੈ, ਕਿ ਤੁਹਾਨੂੰ ਅੱਲਾਹ ਤਾਲਾ ਨੇ ਜਿਹੜਾ ਦਿੱਤਾ ਹੈ ਉਸ ਦੇ ਵਿੱਚ ਸਬਰ ਕਰੋ ਤੇ ਸ਼ੁਕਰ ਕਰੋ ਕਿ ਅੱਲਾਹ ਪਾਕ ਨੇ ਤੁਹਾਨੂੰ ਉਹ ਨਵਾਜ਼ੇ। ਦੂਜਿਆਂ ਦੇ ਕੋਲ ਬਥੇਰਾ ਵੇਖ ਕੇ ਜਾਂ ਜ਼ਿਆਦਾ ਵੇਖ ਕੇ, ਬਹੁਤਾ ਵੇਖ ਕੇ ਆਪਣੇ ਆਪ ਨੂੰ ਤਰਸਾਓ ਨਹੀਂ। ਠੀਕ ਹੈ, ਉਹਨੂੰ ਅਸੀਂ ਅੱਲਾਹ ਤਾਲਾ ਦੀ ਨਾਸ਼ੁਕਰੀ ਕਵਾਂਗੇ। ਠੀਕ ਹੈ, ਕਿ ਮੇਰੇ ਕੋਲ ਜਿੰਨਾ ਹੈ ਮੈਂ ਉਹ ਖਾ ਕੇ ਸਬਰ ਕਰਾਂ ਤੇ ਅੱਲਾਹ ਪਾਕ ਦਾ ਸ਼ੁਕਰ ਅਦਾ ਕਰਾਂ। ਮੀਨ ਕੇ ਇਹਦੇ ਚ ਕੀ ਹੈ, ਸਬਰ ਦੀ ਗੱਲ ਕੀਤੀ ਗਈ ਹੈ, ਇਸ ਵਾਸਤੇ ਦੀ ਹੈਡਿੰਗ ਕੀ ਕ੍ਰੀਏਟ ਕੀਤੀ ਹੈ, ਸਬਰ ਤੇ ਇਸਤਕਾਮਤ ਦਾ ਦਰਸ। ਨੰਬਰ 4 ਤੇ ਵੇਖੋ, ਨੰਬਰ 4 ਤੇ ਕਹਿੰਦਾ ਹੈ ਕਿ ਉੱਠ ਫਰੀਦਾ ਵਜ਼ੂ ਸਾਜ਼ ਸੁਬ ਨਮਾਜ਼ ਗੁਜ਼ਾਰ, ਜੋ ਸਰ ਸਾਈਂ ਨਾ ਨੀਵੇ ਸੋ ਸਰ ਕਪ ਉਤਾਰ। ਠੀਕ ਹੈ, ਇੱਥੇ ਹੁਣ ਫਰੀਦ ਸਾਹਿਬ ਕਹਿ ਰਹੇ ਨੇ ਕਿ ਸੁਬਹ ਸੁਬਹ ਉੱਠੀ, ਵਜ਼ੂ ਕਰ ਤੇ ਨਮਾਜ਼ ਅਦਾ ਕਰ। ਠੀਕ ਹੈ, ਅਗਰ ਤੇਰਾ ਸਿਰ ਤੇਰੇ ਆਪਣੇ ਰੱਬ ਦੇ ਸਾਹਮਣੇ ਨਹੀਂ ਝੁਕਦਾ, ਤੂੰ ਆਪਣੇ ਰੱਬ ਦੇ ਸਾਹਮਣੇ ਆਪਣਾ ਸਰ ਨਹੀਂ ਝੁਕਾ ਸਕਦਾ, ਤੇ ਇਸ ਸਿਰ ਦਾ ਕੋਈ ਫਾयदा नहीं है, ਇਹਨੂੰ ਕੱਟ के फेंक दे। ठीक है, कप उतार मीन के इसको काट के फेंक दो, इस सर का कोई फायदा नहीं है, इसे तुम काट दो। तो इसमें अब वो देखें, अब वो कह रहे हैं ना कि सुबह सुबह उठना है, नमाज पढ़ो। देखो वजू साज सुबह नमाज गुजार के सुबह की नमाज पढ़ो, तो इसका मतलब सिंपल है कि वो आपको नमाज की तरफ जो है ना आपका ध्यान करवाने की कोशिश करे कि आप नमाज अदा करें, नमाज पढ़ें, नमाज की तरफ जाएं। ठीक है, वो कहते हैं कि अगर आप नमाज नहीं पढ़ सकते हैं और अगर आपका जो ये सर है, आपका जो हेड है वो आपके रब के आगे नहीं झुकता, तो इसका कोई फायदा नहीं है। फिर तुम इसको चाहे काट के फेंक दो, चाहे साथ लेके घूमते रहो, कोई फायदा नहीं है, ये किसी काम का नहीं है। ठीक है, तो इसका मतलब है कि वो आपको नमाज के साथ अवेयरनेस करवाने जा रहा है। ठीक है, उसके बाद नेक्स्ट देखें। नेक्स्ट इसके अंदर है कि फरीदा काले मेंढे कपड़े काला मेंढा वेश, फरीदा काले मेंढे कपड़े काला मेंढा वेश, गुनाही भरिया मैं फिरा लोकी कहन दरवेश। ठीक है, अब इसकी हेडिंग देखे मैंने क्या क्रिएट की है। इसे मैंने कहा है कि अपनी जात की नफी। अपनी जात की नफी किस तरह से कर रहे हैं,
وہ کہہ رہا ہے میرے کپڑے بھی کالے ہیں، میرا ویس بھی کالا ہے، ٹھیک ہے، اور میں تو گناہوں سے بھرا ہوا ہوں، لیکن لوگ مجھے پھر بھی درویش کہتے ہیں، درویش مین کہ لوگ مجھے پھر بھی کہتے ہیں کہ یہ اللہ کا بندہ ہے، نیک بندہ ہے، اچھا بندہ ہے، ٹھیک ہے۔ تو مطلب وہ کہہ رہا ہے، وہ خود جو ہے نا اپنی نفی کر رہا ہے، وہ کہہ رہا ہے میں کچھ نہیں ہوں، ٹھیک ہے، میری ذات کچھ نہیں ہے، میں تو گناہوں سے بھرا ہوا ہوں، لیکن لوگ مجھے پھر بھی عزت دیتے ہیں۔ اس کا مطلب ہوتا ہے کہ اپنی ذات کی نفی کرنا، اپنے اندر سے غرور، انا، میں، اس کو مٹانا، اس کو ختم کرنا، اس میں آپ نے یہ چیز لکھنی ہے، ٹھیک ہے۔ پھر اس کے بعد دیکھیں وہ کہتا ہے کہ آخرت دی فکر ول دھیان، ٹھیک ہے، اب اس نے آخرت پر بھی آپ کا فوکس کروایا ہے۔ اس پہ وہ کہتا ہے کوئی بن گیا رونق پکھیاں دی، کوئی چھوڑ کے شیش محل چلیا، کوئی پلیا ناز تے نخریاں وچ، کوئی ریت گرم تے تھل چلیا، اتھے ہر کوئی فرید مسافرے، کوئی آج چلیا کوئی کل چلیا، ٹھیک ہے۔ اب دیکھو اس کے اندر وہ کیا آپ کو کہنا چاہ رہا ہے، اس میں وہ آپ کو یہ کہنا چاہ رہا ہے کہ چاہے تم امیر ہو، چاہے غریب ہو، چاہے تم شیش محل میں تمہاری پرورش ہوئی ہے، یا چاہے تم ریت کے جو ریگستان کے میدان ہے وہاں پہ تمہاری پرورش ہوئی ہے، چاہے تمہیں نخروں سے پالا گیا ہے، ٹھیک ہے، جتنے مرضی تمہارے ساتھ لاڑ پیار کیے گئے ہیں، لیکن تم یہاں پہ مسافر ہو، ایک نہ ایک دن تم نے مر جانا ہے، اسی لیے اپنی آخرت کی تیاری کرو، یہ دنیا کی فکریں چھوڑ دو۔ مطلب کیا ہے کہ وہ آپ کی فکر کروا رہا ہے آخرت کی طرف، وہ آپ کو کہہ رہا ہے کہ اپنی آخرت کے بارے میں سوچو، ٹھیک ہے۔ یہاں پہ مین پوائنٹ یہ ہے کہ جب ہمیں ہمارے دل کے اندر آخرت کا خوف ہوگا، ہمیں پتہ ہوگا کہ ہم نے ایک دن مرنا ہے، ہم نے اللہ تعالیٰ کے سامنے جا کے جواب دہ ہونا ہے، ہم اس دنیا میں ہمیشہ کے لیے رہنے نہیں آئے ہیں، ٹھیک ہے، ہمیشہ کی جو زندگی ہے وہ آخرت کی ہے، یہ نہیں ہے، تو خود بخود جو ہے ہم جو گناہ کرتے ہیں ان کو ہم کرنا چھوڑ دیں گے، ٹھیک ہے۔ فار ایگزامپل میں نماز نہیں پڑھتی، تو میں جب میرے دل کے اندر یہ خوف ہوگا نا کہ میں نے آگے جا کے جواب دینا ہے، اللہ تعالیٰ کو جواب دینا ہے، میں نے کسی کا حق مارا ہے، ٹھیک ہے، کسی کا حق کھایا میں نے، تو مجھے میرے ذہن میں فوراً یہ بات آئے گی، ارے میں نے تو کل کو مر جانا ہے، کل میں نے جا کے کسی کو جواب دینا ہے، اللہ تعالیٰ کے سامنے میں نے پیش ہونا ہے، وہاں پہ مجھے کون بچائے گا؟ چلے دنیا میں تو مجھے کسی نے نہیں دیکھا میں نے اس غریب کا حق کھا لیا ہے۔ تو جب ہمارے دل کے اندر آخرت کی فکر ہوگی، ٹھیک ہے، ہمیں پتہ ہوگا کہ ہم نے ایک دن مرنا ہے اور کسی کے سامنے جواب دہ ہونا ہے، تو کوئی بھی جو ہے وہ گناہ نہیں کرے گا، ٹھیک ہے، اس کے پاؤں خود بخود ڈریں گے، وہ کہیں گے بھئی اس راستے پہ نہیں جانا، ہم نے اس راستے پہ جانا ہے، یہ جو ہے نا ہدایت کا راستہ ہے، اللہ تعالیٰ کا بتایا ہوا یہ راستہ ہے، اور اسی پہ جا کے ہمیں دنیا اور آخرت میں کامیابی ملنی ہے۔ تو یہاں پہ جو بابا فرید ہیں وہ بھی آپ کو اسی چیز سے اویئرنیس کروا رہے ہیں کہ آپ جو ہو اپنی آخرت کی فکر کرو، دنیا کی فکر کو چھوڑ دو، تم چاہے جتنے مرضی نخروں سے پلے ہو، جتنے مرضی امیر ہو، تم نے ایک دن خاک میں مل جانا ہے، ٹھیک ہے۔ یہاں پہ اس نے یہ چیز آپ کو اویئرنیس کروائی ہے۔ اس کے بعد نیکسٹ دیکھیں، نیکسٹ میں وہ کہتا ہے کہ عشق دا ہزار، ٹھیک ہے، بابا فرید نے عشق دا ہزار بھی کیتا ہے، کہنا ہے کہ میرا عشق بھی تو، میرا یار بھی تو، میرا دین بھی تو، ایمان بھی تو، ٹھیک ہے۔ ادھے کی ہے کہ اللہ تعالیٰ دے نال اپنے عشق دا اظہار کر رہے ہیں، ٹھیک ہے، کہ میں کچھ نہیں ہاں، میرے اندر تیری ذات سمائی ہوئی ہے، میرا دین، میرا یار، میرا ایمان، میرا عشق، سب کچھ تیری ذات ہے، بس اسی طرح سے آپ نے نیچے 4 سے 5 لائنوں میں اس کی نثر کر دینی ہے۔ اب اس کے بعد نمبر 8 پہ دیکھ لیں، نمبر 8 میں تھا چڑھ فریدا کوٹھے اتے ویکھ گھر گھر لگی اگ، تو سمجھے میں دکھی ہاں ایتھے دکھی سارا جگ، ٹھیک ہے۔ ادھے چھوڑ کے کیتا ہے کہ انہوں نے دنیا دے رنگاں دی عکاسی کیتی ہے، دنیا دے رنگاں نو بیان کیتا ہے۔ مین کیا کیتا ہے او کہ فریدا کہندا ہے کہ تو اپنا دکھڑا نہ رو، باہر نکل کے ویکھ، دنیا والے نو ویکھ، اگلا جڑا جگ ہے نا، اگلا جڑا بندہ ہے او تو زیادہ دکھی ہے، ٹھیک ہے، دنیا دے رنگاں دی عکاسی کیتی گئی ہے، مطلب ایک بندہ اگر دکھی ہے تو دوسرا اس سے بھی زیادہ ہے۔ آپ اپنی پریکٹیکل لائف میں دیکھیں، اگر آپ کسی کو اپنے کوئی پرابلم بتائیں گے تو جب وہ آپ کو اپنا پرابلم آگے سے بتائے گا، آپ کو لگے گا یار میری تو پرابلم اس کے سامنے بڑی چھوٹی سی ہے، میری تو اس کے سامنے کوئی نہیں ہے، ٹھیک ہے، آپ کو اپنی بات اس کے سامنے بہت چھوٹی لگے گی، ٹھیک ہے۔ جب آپ اگلے بندے کا دکھ سن، جب تک میں ہیں، میں گھر میں بیٹھی ہوں، میں کہہ رہی ہوں بھائی مجھے یہ دکھ ہے، یہ ہے، وہ ہے، کیوں کیوں لگ رہا ہے؟ کیونکہ میں نے آگے کسی کا دکھڑا نہیں سنا، ٹھیک ہے، میں نے آگے کسی کی بات نہیں، جب میں باہر نکلوں گی، میں دیکھوں گی، مجھے سوسائٹی میں نظر آئے گا، تو مجھے پتا چلے گا کہ میری پریشانی اور میرے دکھ ان کے سامنے کچھ نہیں ہے، ٹھیک ہے، میرے سے زیادہ پریشانیاں ان کو ہے، میرے سے زیادہ جو جگ ہے یہ زیادہ دکھی ہے۔ تو یہاں پہ اس نے آپ کو دنیا کے رنگ دکھانے کی کوشش کی ہے کہ ہر وقت میں کر کے اور رونا پیٹنا جو ہے وہ اس کو نہ کیا رکھو، دوسروں کو بھی دیکھو، ٹھیک ہے۔ اگر تمہیں لگتا ہے نا کہ صرف تم دکھی ہو تو یہ تمہاری یہ غلط فہمی ہے، ایسا کچھ بھی نہیں ہے، ٹھیک ہے۔ اسی طرح سے آپ نے بس کرنا ہے، آپ نے پنجابی میں کیا کرنا ہوتا ہے، آپ نے پنجابی میں جو آپ کو شاعر دیے گئے ہیں اس کے اندر آپ نے یہ کرنا ہے، سمپل آپ نے اس کا سب سے پہلے انٹروڈکشن لکھیں گے، انٹروڈکشن کو آپ پنجابی میں مڈلی گل بات لکھیں گے، ٹھیک ہے۔ انٹروڈکشن لکھنے کے بعد آپ اس کا فکری ویروا کریں گے، ٹھیک ہے، فکری ویروے میں آپ نے اس کی 8 یا 10 ہیڈنگز بنانی ہے، ٹھیک ہے، 8 ہیڈنگ بنا لیں کافی ہے، کیونکہ پھر آپ نے نیچے نثر بھی کرنی ہے، ٹائم آپ کا اتنے نہیں مینیج ہوتا ہے۔
اور پھر اس کے بعد آپ نے اس کا کریٹیکل انالیسس کر دینا ہے. ٹھیک ہے, کریٹیکل انالیسس کو کہتے ہیں فنی جائزہ. یہ بات بار بار مجھ سے اسٹوڈینٹس کوشچن پوچھتے ہیں, کریٹیکل انالیسس کس کو کہتے ہیں. آپ سی کا کوئی بھی کوشچن اٹمپٹ کر رہے ہوتے ہیں, لاسٹ پہ آپ اس کوشچن کا کریٹیکل انالیسس لازمی کرتے ہیں. آپ اس کے اوپر بتا رہے ہوتے ہیں کہ کوشچن میں جو باتیں ہم نے لکھی ہیں وہ کس حد تک سوسائٹی کے لیے بینیفٹ ہے, یا اس میں کیا خوبیاں تھیں, یا اس میں کیا خامیاں تھیں, سب کچھ آپ لکھتے ہیں. ٹھیک ہے, جب آپ پنجابی کا کوشچن اٹمپٹ کر رہے ہوں گے نا, تو اگر وہ آپ سے پوچھتا ہے پی ایم ایس میں, تو وہ بڑا کلیئرلی آپ سے پوچھتا ہے. پی ایم ایس میں جب وہ کوشچن دیتے ہیں تو وہ آپ سے خود آپ کو کہتا ہے کہ فنی جائزہ کرو. ٹھیک ہے, اگر تو اس نے پوچھا ہے کہ فنی جائزہ کرنا ہے, پھر آپ نے کرنا ہے. اگر اس نے آپ سے نہیں پوچھا تو پھر آپ کرنے کی ضرورت نہیں ہے. ٹھیک ہے, اچھا فنی جائزہ میں یہ ہوتا ہے کہ آپ نے جو کچھ پیچھے پڑھا ہے نا, اب فار ایگزامپل آپ نے بابا جی کے 8 اشعار پڑھے ہیں. ٹھیک ہے, ہم نے 8 شعر ان کے پڑھے ہیں. تو آپ نے اب ان جو 8 اشعار ہے نا, آپ نے ان کو غور سے دیکھنا ہے, اور آپ نے دیکھنا ہے کہ ان اشعار کے اندر کون سی خوبیاں تھی اور کون سی برائیاں تھی. ٹھیک ہے, اب دیکھیں سب سے پہلے تو وزن اور بحر کی پابندی کی گئی ہے. وزن اور بحر کی پابندی کس طرح کی ہے کہ بابا فرید ਦੇ ਸ਼ਲੋਕਾਂ ਦੇ ਵਿੱਚ ਵਜ਼ਨ ਤੇ ਬਹਿਰ ਮੌਜੂਦ ਹੈ, ਕਿਉਂ ਜੇ ਉਹਨਾਂ ਦੇ ਵਿੱਚ اخلاقیات ਦੀ ਗੱਲ ਕੀਤੀ گئی ہے, ایسے لیے وہ کسی بھی زبان وچ نہیں آکھیاں جا سکتی. کیوں؟ کیونکہ انہوں نے اخلاق کی بات کی, اخلاق کو سنوارنے کی بات کی, اسی لیے آپ اس کو کسی اور لینگویج میں نہیں کہہ سکتے. اسی لیے آپ اس کو کہیں گے کہ اس میں وزن اور بحر جو ہے وہ موجود ہے. ٹھیک ہے, اس کے بعد آپ کہیں کہ اس میں ہم کافیہ لفظاں دا ورتاؤ. اب ہم کافی لفظاں دا ورتاؤ کس طرح سے ہے, میں یہ آپ کو پیچھے اشعار میں دکھا دیتی ہوں. اچھا یہ دیکھیں, ٹھیک ہے, یہ ایک شعر ہم نے پڑھا ہے, کالا مینڈا ویس پورا ہی بھرے میں پھر. اب دیکھیں یہاں پہ اس نے لکھا ویس. ٹھیک ہے, ویس آپ کو نظر آ رہا ہے, اس نے لکھا ہے ویس, پھر اس نے نیچے لکھ دیا ہے درویش. ویس, درویش, وہ والے ورڈ جن کو بولنے میں جن کا ساؤنڈ ایک جیسا ہونا, اس کو ہم قافیہ ورڈ کہتے ہیں. ٹھیک ہے, تو یہ ان کے ہر شعر کے اندر اسی طرح سے ہیں. انہوں نے ہم قافیہ لفظ نہیں, تو انہوں نے ایک جیسے ورڈ یوز کیے ہیں بولنے میں. ٹھیک ہے, جیسے یہ دیکھیں پلیا, چلیا, اس میں دیکھ لیں آپ. ٹھیک ہے, تو یہ سارے اب دیکھیں یہاں پہ پلیا اس نے لکھا ہے, پھر یہاں پہ اس نے چلیا لکھا ہے. تو اس کا مطلب کیا ہے کہ انہوں نے کیا کیا کہ انہوں نے ہم قافیہ ورڈ یوز کیے ہیں. تو جب آپ کریٹیکل انالیسس کریں گے تو آپ ان کو ایگزامینر کو یہ بھی بتائیں گے کہ بابا جو تھا اس نے اپنے اشعار کے اندر ہم قافیہ لفظ جو تھے ان کا بھی ورتاؤ کیا ہے. ٹھیک ہے, ورتاؤ مین استعمال کیا ہے, یوز کیا ہے. اس کے بعد آپ نیکسٹ دیکھیں کہ قرآنی تمثیلہ دا استعمال. قرآنی تمثیلہ دا استعمال کس طرح کہ بابا فرید نے لوکاں نو عبرت دا درس سکھاؤن لئی, مین کہ انہوں نے لوگوں کو نہ بتانے کے لیے کہ بھائی اگر تم لوگ نافرمانی کر رہے ہو, تم لوگ اس کی عبادت نہیں کر رہے, دوسروں کا حق کھا رہے ہو, جھوٹ بول رہے ہو, تو اب کسی کے سامنے میں فار ایگزامپل ہوں, میں کسی کے پاس جاتی ہوں, ٹھیک ہے, اور میں اس کو جا کے باتیں کہنا شروع, بھائی تم سچ بولا کرو, تم یہ, اس سے مجھے آگے سے کہنا ہے لیکچر جھاڑ رہی ہے, خود کچھ کرتی نہیں ہوگی, دوسروں کو کہہ رہی ہے. ٹھیک ہے, پہلی بات ان کی یہ ہوگی. وہ دوسری بات آپ سے وہ پوچھیں گے, فار ایگزامپل میں نماز نہیں پڑھتی, قرآن پاک نہیں پڑھتی, یا نافرمانی کی ہے میں نے. ٹھیک ہے, تو وہ مجھ سے یہ پوچھیں گے بھائی نافرمانی بڑی کر رہی ہو, کوئی ایگزامپل دو, اپنی بات کو ثابت کرو, کس طرح سے کہہ رہی ہو. تو بابا فرید نے کیا کیا لوگوں کو اپنی بات سمجھانے کے لیے کہ میں جو کہہ رہا ہوں نا وہ سچ کہہ رہا ہوں, اگر تم لوگ نافرمانی کر رہے ہو نا تو اس کی سزا تمہیں ملنی ہے. اس کے لیے تم لوگ ایگزامپلس دیکھو, قوم عاد, قوم سمود, قوم فرعون. ٹھیک ہے, ان سب کی مثالیں دی تھی انہوں نے. تو اس کے اندر آپ نے سمپل لکھنا ہے قرآن تمثیلاں دے استعمال تھلے کہ بابا فرید نے لوکاں نو عبرت دا درس سکھاؤن لئی قوم عاد, قوم سمود تے قوم فرعون دیاں مثالاں بھی دتیاں نے. ٹھیک ہے, پھر اس کے بعد آ جاتے ہیں آسان تے عام فہم زبان دا ورتاؤ. اب دیکھیں آپ نے بابا فرید کے جو بھی شعر پڑھے ہیں نا, اگر آپ وہ کسی ان پڑھ بندے کے سامنے بھی جا کے رکھ دیں گے نا, تو اس کو بھی سمجھ آ جائے گی. ٹھیک ہے, شعروں کی جیسے ہم نے پڑھا تھا کہ حق دی بولی بول فریدا, سچ دی بولی بول فریدا. ہوں یہ شعر میں اگر میں کسی ان پڑھ بندے نو سناواں تو ان پڑھ بندے نے سمجھ آ جانی ہے کہ ماریا جڑی نا سچ دے بارے چ کہہ رہی ہے, کہ سچ دی گل کرو, سچ بولو, یہ کرو وہ کرو. تو یہ مطلب ہے کہ انہوں نے آسان زبان استعمال کی. کیوں کی؟ تاکہ پنڈ دے ان پڑھ لوگ بھی انہوں دی جڑی گل سی انہوں نے سمجھ سکن. ٹھیک ہے, اس تو بعد نمبر 5 تے ویکھو پنجابی تشبیہاں تے استاریاں دا ورتاؤ. یہ کہ انہیں لوگوں کو اپنی گل سمجھان واسطے نہ کسی چیز نال تشبیہ دیتی ہے. میں موسٹلی اس جگہ تے ایگزامپل دینی ہاں کہ فار ایگزامپل تسی سارے سی ایس ایس دے اسٹوڈنٹ ہو. ٹھیک ہے, تسی بڑی کتاباں پڑھیں, تسی پنڈ دے کسی بندے کو جاؤ نا تو انہوں جا کے کہو بھائی ساری اکانومی ڈاؤن ہو گئی ہے, اے ہو گیا, انہوں تہاڈی گل دی سمجھ نہیں آنی. کیوں؟ کیونکہ تسی دے سامنے کتابی گلاں رکھ رہے ہو. ٹھیک ہے, جدوں تسی اسی گل نو اسی پاکستان دی اکانومی نو او دے پیشے دے نال, ٹھیک ہے, گاؤں دا بندہ کھیتی باڑی کردا ہوئے گا, تسی اکانومی نو کھیتی باڑی دے نال تشبیہ دے کے
ਉਸਨੂੰ ਆਪਣੀ ਗੱਲ ਸਮਝਾਓਗੇ ਤਾਂ ਉਹਨੂੰ ਤੁਹਾਡੀ ਗੱਲ ਸਮਝ ਆ ਜਾਏਗੀ, ਠੀਕ ਹੈ। ਤੇ ਜਿਹੜੇ ਸ਼ਾਇਰ ਨੇ ਇਹ ਵੀ ਇੰਜ ਕਰਦੇ ਸਨ, ਕਿਉਂਕਿ ਇਹਨਾਂ ਦੇ ਦੌਰੇ ਜ਼ਿਆਦਾਤਰ ਲੋਕ ਅਨਪੜ੍ਹ ਸੀ, ਤੇ ਇਹਨਾਂ ਨੇ ਵੀ ਆਪਣੀ ਗੱਲ ਸਮਝਾਉਣ ਵਾਸਤੇ ਕੀ ਕੀਤਾ, ਪੰਜਾਬੀ ਤਸ਼ਬੀਹ ਤੇ ਇਸਤਾਰੇ ਵਰਤੇ, ਠੀਕ ਹੈ। ਹੁਣ ਬਾਬਾ ਫਰੀਦ ਦੀ ਜਿਹੜੀ ਹੈਡਿੰਗ ਇਹਦੇ ਤੁਸੀਂ ਥੱਲੇ ਲਿਖ ਦੇਵੇ ਕਿ ਬਾਬਾ ਫਰੀਦ ਨੇ ਆਪਣੀ ਜ਼ੁਬਾਨ ਦੇ ਵਿੱਚ ਪੰਜਾਬੀ ਤਸ਼ਬੀਹ ਤੇ ਇਸਤਾਰਿਆਂ ਦਾ ਵਰਤਾਓ ਕੀਤਾ ਹੈ। ਮਿਸਾਲ ਦੇ ਤੌਰ ਤੇ ਉਹ ਕਾਲੇ वेस का इस्तारा जहरी गुनाह, देखो काला वेस, वेस मीन की जो चीज हमें नजर आ रही है, ठीक है। मीन वो कहते हैं कि जहरी ज़ाहिरी गुनाह, जो गुनाह हम करते हैं नजर आ रहे हैं उसको, ठीक है। तो वगदी नवी नदी दा इस्तारा ढलदी उम्र ले कीता है, नदी चल रही है ना, जा रही है, वगदी है, गुजर रही है, तो उसके लिए वो कह रहे हैं इसी तरह से तुम्हारी उम्र जो है ना वो भी ढल रही है, तो इसको जो है तुम वो यहाँ दुनिया के कामों में खर्च मत करो, ठीक है, किसी अच्छे कामों में खर्च करो ताकि तुम्हारी दुनिया और आखिरत दोनों संवर जाए। तो इसमें सिंपल लिखना है कि उन्होंने अपनी बात को समझाने के लिए लोगों को तशबीह और इस्तारे दिए ताकि जो अनपढ़ लोग हैं वो भी उनकी जो बात थी उसको समझ सकें। उसके बाद लास्ट देखें तानीस का सीगा, ठीक है। तानीस का जो सीगा है इसके अंदर अब ये है कि आप जितने भी शेर पढ़ेंगे ना सूफिया इकराम के, वो हमेशा जब बात कर रहे होते हैं तो वो औरत मुखातिब करके बात करते हैं, ठीक है। उसके पीछे रीजन ये है कि वो कहते हैं कि जो औरत होती है ना वो रब की रहमत होती है, दूसरा वो मासूम होती है, और तीसरा वो आशिक होती है, ठीक है। आशिक मीन के औरत हमेशा इश्क का इजहार करती है, अगर मर्द इश्क का इजहार कर रहा है तो उनको लगता है कि ये बहाने बना रहा है बस इसको किसी को ना फंसाने के लिए अपनी बातों में, ये एक चीज है। वो कहते हैं कि जब औरत इश्क का इजहार कर रही होती है तो इसका मतलब होता है कि वो दिल से कर रही है और अब वो दिल से इस बंदे को चाहती है, ठीक है। तो यहाँ पर इसी वजह से वो खुद को औरत से तशबीह देकर बात करते हैं। तानीस के सीगे में आपने यही लिखना है कि जितने भी शायर है ना वो खुद को तानी औरत के साथ ना तशबीह दे के बात करते हैं। रीजन पीछे क्या है, ये रीजन पे आप इसके नीचे लिखेंगे, क्योंकि शायरां दा कहना है कि औरत ਜਿਹੜੀ ਉਹ ਰੱਬ ਦੀ ਰਹਿਮਤ ਹੁੰਦੀ ਹੈ, ਦੂਜਾ ਉਹ ਮਾਸੂਮ ਹੁੰਦੀ ਹੈ, ਤੇ ਤੀਜਾ ਉਹ ਆਸ਼ਿਕ ਹੁੰਦੀ ਹੈ ਜਿਹੜੀ ਆਪਣੇ ਵੱਲੋਂ ਇਸ਼ਕ ਦਾ ਇਜ਼ਹਾਰ ਕਰਦੀ ਹੈ। ਐਸੇ ਲਈ ਉਹ ਔਰਤ ਬਣ ਕੇ ਰੱਬ ਦੇ ਨਾਲ ਮੁਖਾਤਿਬ ਹੁੰਦੇ ਨੇ ताकि ਉਹਨਾਂ ਦੀ ਜਿਹੜੀ दुआ है वो पूरी हो जाए। मीन उनको लगता है कि अगर एक मासूम है चीज है, एक औरत है, ठीक है, रब की रहमत है, जब वो अल्लाह ताला से दुआ मांगेगी तो अल्लाह ताला उसको कभी भी मायूस नहीं लौटाएंगे, ठीक है। तो इस वजह से वो खुद को क्या कर रहे होते हैं, इसके साथ तशबीह दे रहे होते हैं औरत के साथ, ठीक है। अच्छा उसके बाद देखें बाबा फरीद के हमने जितने भी शेर पढ़े हैं उसमें हमें इखलाक का दर्स मिल रहा है, ठीक है। ये एक चीज है, अब इसको तो मेरे ख्याल में एक्सप्लेन करने की जरूरत नहीं है। फिर वो लास्ट पे आप लिखे कलाम उन्होंने उनके आपने जितने भी शेर पढ़े हैं हर शेर के अंदर कोई ना कोई मकसद जरूर था, सच पे था, गरूर पे था, ठीक है, किसी ना किसी चीज के ऊपर उन्होंने बात की है। अब ये मैंने ना 8 हेडिंग्स बनाई है, 2 मैंने आपके लिए छोड़ी है। क्रिटिकल एनालिसिस जब आपने इस क्वेश्चन को आप सुनना है, अच्छे से लेक्चर को सुनना है, पढ़ना है, उसके बाद जो जो आपने तनकीदी जायजा करना है ना इसका, फनी जायजा, ठीक है, तनकीदी जायजा भी कह सकते हैं, फनी जायजा। तो आपने क्या करना है इसमें 2 हेडिंग्स जो है ना वो आपने कमेंट में बतानी है मुझे, ठीक है। 8 मैंने आपको बताई है, 2 हेडिंग्स आपने मुझे देनी है कि 9 और 10 जो है ना वो आपको, ये जो 8 शेर मैंने पढ़ाए हैं या जो शेर आपको आते हैं या आपने जो बुक से पढ़ा है उसको देखने के बाद कौन सी 2 हेडिंग्स आपके माइंड में आ रही हैं, ठीक है, क्रिटिकल एनालिसिस में। वो 2 हेडिंग्स आपने निकाल के मुझे कमेंट्स में बताना है, ठीक है। और उसके बाद लास्ट पे आपने क्या करना है, इसको कंक्लूड कर देना है। कंक्लूजन में आपने जितना भी क्वेश्चन पीछे पढ़ा है, ठीक है, उस सारे को आपने समराइज करके हाफ पेज का अपना कंक्लूजन बनाना है और नीचे एक रेफरेंस दे देनी है, ठीक है। यहाँ पर मैंने रेफरेंस दी है गुफरान सैयद की कि बाबा फरीद ने इखलाक ਨੂੰ ਸਵਾਰਨ ਤੇ ਕਿਰਦਾਰ ਨੂੰ ਬਣਾਉਣ ਦੀ ਕੋਸ਼ਿਸ਼ ਕੀਤੀ ਹੈ। ਉਹਨਾਂ ਦਾ ਇਹ ਤਰੀਕਾ ਹਰ ਕਾਫਿਰ ਤੇ मोमिन ਦੇ दिल ਨੂੰ मोह ਲੈਂਦਾ है। रेफरेंस किस तरह से क्रिएट करते हैं, जरूरी नहीं है कि रेफरेंस के लिए आपके पास 10-12 बुक्स हों, रेफरेंस आप खुद से भी क्रिएट कर सकते हैं। ये हम किस तरह से क्रिएट करते हैं, इंशाल्लाह आप एक दफा लिखना सीख जाएं, पंजाबी को पढ़ना सीख जाएं, थोड़े से आप नोट्स जो है वो बनाना सीख जाएं, तो उसके बाद मैं आपको ये सारी छोटी छोटी जो टिप्स है ना वो यहाँ पे वीडियोस में लेक्चर्स में ही समझा दूंगी, ठीक है, कि आपने किस तरह से जो है क्रिटिकल एनालिसिस करना है। वो हम एक लेक्चर पूरा उस पर रखेंगे, आपको समझ आ जाएगी, ताकि इन चीज़ों के लिए आपको बुक से कंसर्न नहीं करना पड़े। आपके पास ऐसे है, करंट अफेयर है, उनके ऊपर आपने टाइम देना है, ठीक है, इस बुक को इतना टाइम देने की जरूरत नहीं है। हेडिंग्स आपने किस तरह से क्रिएट करनी है, इंशाल्लाह उसके ऊपर भी इधर यहाँ पर एक एक्टिविटी करेंगे यूट्यूब पर ही, ठीक है, वीडियो में। तो उसके बाद आपको एक असाइनमेंट भी दूंगी, तो वो आपने कमेंट में जो है ना मुझे फिल करके देनी होगी। और इसी तरह से जो रेफरेंसेज हैं वो भी मैं आपको इंशाल्लाह, अभी आप कुछ नोट्स बना लेना, आपके जब तक नोट्स कंप्लीट नहीं होंगे आपको रेफरेंस क्रिएट करनी नहीं आएगी। तकरीबन आपके पास 3-4 हो जाए शायद, तो उसके बाद मैं आपको सिखाऊंगी कि आप उसके अंदर से किस तरह से खुद से रेफरेंस जो है वो क्रिएट कर सकते हैं, ठीक है। बाकी आपकी आज की असाइनमेंट ये है कि आपने जो इसका फनी जायजा पड़ा है उसकी 2 हेडिंग्स 9 और 10 वो आपने मुझे कमेंट सेक्शन में बताना है, ठीक है। और वहीं पे मैं आपको बताऊंगी क्या है आपने ठीक क्रिटिकल एनालिसिस किया है या नहीं किया, ठीक है। उसके बाद अपने नोट्स अच्छे से बनाएं,
نوٹس میکنگ ساتھ ساتھ کریں، بہت ضروری ہے، کیونکہ اس وقت آپ کے پاس اتنا ٹائم نہیں ہوتا، آپ کے ایک دن میں 2 پیپر ہوتے ہیں، ایک فرسٹ ٹائم ایک سیکنڈ ٹائم، تو آپ کے پاس اتنا ٹائم نہیں ہوتا کہ آپ بک اٹھائیں اور اس کو، اسی لیے آپ کے پاس شارٹ نوٹس ہونے چاہیے، ٹھیک ہے، تاکہ آپ اس کو فر جو ہے وہ ریوائز کریں اور جا کے پیپر دے کے آئیں۔ ٹھیک ہے، آج کے لیے اتنا ہی ہے، اپنا خیال رکھیے گا، اللہ حافظ۔